ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆਪਣੇ ਲੈਕਚਰ ਦੇ ਵਿੱਚ ਪਦਾਰਥਵਾਦੀ ਦਰਸ਼ਨ ਚਾਰਵਾਕ ਦਰਸ਼ਨ ਬਾਰੇ ਚਰਚਾ ਕਰਾਂਗੇ। ਭਾਰਤੀ ਫਿਲਾਸਫੀ ਦੇ ਵਿੱਚ ਚਾਰਵਾਕ ਦਰਸ਼ਨ ਦਾ ਅਹਿਮ ਸਥਾਨ ਮੰਨਿਆ ਜਾਂਦਾ ਹੈ। ਚਾਰਵਾਕ ਦਰਸ਼ਨ ਵੇਦਾਂ ਦੀ ਪ੍ਰਭੂ ਸੱਤਾ ਨੂੰ ਨਹੀਂ ਮੰਨਦਾ। ਇਸ ਦਰਸ਼ਨ ਨੂੰ ਨਾਸਤਿਕ ਦਰਸ਼ਨ ਵੀ ਕਿਹਾ ਜਾਂਦਾ ਹੈ। ਇਹ ਯੋਗ, ਬਲੀ, ਉਪਨਿਸ਼ਦ ਦਰਸ਼ਨ, ਵੈਦਿਕ ਕਰਮਕਾਂਡ, ਮੰਤਰ ਇਹਨਾਂ ਨੂੰ ਨਹੀਂ ਮੰਨਦਾ। ਬ੍ਰਹਿਸਪਤੀ ਨੂੰ ਚਾਰਵਾਕ ਦਰਸ਼ਨ ਦਾ ਆਚਾਰੀਆ ਮੰਨਿਆ ਜਾਂਦਾ ਹੈ। ਇਸ ਦਰਸ਼ਨ ਦਾ ਪ੍ਰਸਿੱਧ ਗ੍ਰੰਥ ਬ੍ਰਹਿਸਪਤੀ ਸੂਤਰ ਹੈ। ਚਾਰਵਾਕ ਸ਼ਬਦ ਦੇ ਅਨੇਕ ਅਰਥ ਮੰਨੇ ਜਾਂਦੇ ਹਨ। ਕਈ ਇਸ ਦੀ ਉਤਪਤੀ ਸੰਸਕ੍ਰਿਤ ਦੇ ਦੋ ਸ਼ਬਦ ਚਾਰ, ਜਿਸ ਦਾ ਅਰਥ ਮਿੱਠਾ ਜਾਂ ਪਿਆਰਾ ਜਾਂ ਚੰਗਾ ਹੁੰਦਾ ਹੈ, ਅਤੇ ਵਾਕ ਦਾ ਅਰਥ ਹੈ ਬਾਣੀ। ਇਸ ਲਈ ਇਹ ਦਰਸ਼ਨ ਸਭ ਨੂੰ ਚੰਗੀਆਂ ਗੱਲਾਂ ਲੱਗਣ ਵਾਲਾ ਵੀ ਕਿਹਾ ਜਾਂਦਾ ਹੈ। ਇਹ ਦਰਸ਼ਨ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਸੀ। ਕੁਝ ਵਿਦਵਾਨ ਚਾਰਵਾਕ ਨਾਮ ਦੇ ਵਿਅਕਤੀ ਨੂੰ ਇਸ ਮੱਤ ਦਾ ਸੰਸਥਾਪਕ ਮੰਨਦੇ ਹਨ। ਕਈ ਵਿਦਵਾਨ ਮੰਨਦੇ ਹਨ ਕਿ ਚਾਰਵਾਕ ਨਾਂ ਦਾ ਕੋਈ ਵਿਅਕਤੀ ਨਹੀਂ ਹੋਇਆ। ਕਈ ਵਿਦਵਾਨਾਂ ਦਾ ਵਿਚਾਰ ਆ ਕਿ ਇਸ ਸ਼ਬਦ ਦੀ ਉਤਪਤੀ ਚਰਵ ਸ਼ਬਦ ਤੋਂ ਹੋਈ ਮੰਨੀ ਜਾਂਦੀ ਹੈ। ਇਸ ਦਾ ਅਰਥ ਹੈ ਚੱਬਣਾ ਜਾਂ ਖਾਣ ਪੀਣ ਤੋਂ ਹੋ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਾ ਸੰਬੰਧ ਚਾਰਵਾਕ ਦੇ ਸੁਖਵਾਦ ਨਾਲ ਹੈ, ਕਿਉਂਕਿ ਚਾਰਵਾਕ ਦਾ ਮੰਨਣਾ ਹੈ ਕਿ ਖਾਓ ਪੀਓ ਮੌਜ ਮਨਾਓ। ਇਸ ਦਰਸ਼ਨ ਨੂੰ ਲੋਕਾਇਤ ਵੀ ਕਿਹਾ ਜਾਂਦਾ ਹੈ। ਲੋਕ ਦਾ ਅਰਥ ਜਗਤ ਅਤੇ ਆਇਤ ਦਾ ਅਰਥ ਪ੍ਰਚਲਿਤ ਜਾਂ ਆਧਾਰ ਹੈ। ਇਸ ਲਈ ਲੋਕਾਇਤ ਦਾ ਅਰਥ ਹੈ ਲੋਕਾਂ ਅੰਦਰ ਪ੍ਰਚਲਿਤ, ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਵਿਚਾਰ ਜੋ ਲੋਕਾਂ ਅੰਦਰ ਹਰਮਨ ਪਿਆਰਾ ਰਿਹਾ ਹੈ। ਚਾਰਵਾਕ ਦਾ ਇੱਕ ਅਰਥ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਚਾਰਵਾਕ ਦਰਸ਼ਨ ਕੇਵਲ ਚਾਰ ਤੱਤਾਂ ਦੀ ਹੀ ਗੱਲ ਕਰਦਾ ਹੈ। ਇਹ ਸਿਰਫ ਧਰਤੀ, ਅੱਗ, ਹਵਾ, ਪਾਣੀ ਦੀ ਹੀ ਚਰਚਾ ਕਰਦਾ ਹੈ। ਇਹ ਆਕਾਸ਼ ਨੂੰ ਨਹੀਂ ਮੰਨਦਾ। ਇਸ ਦਾ ਵਿਚਾਰ ਹੈ ਕਿ ਆਤਮਾ ਸਰੀਰ ਦੇ ਖਤਮ ਹੋਣ ਨਾਲ ਹੀ ਖਤਮ ਹੋ ਜਾਂਦੀ ਹੈ। ਕ੍ਰਿਸ਼ਨਪਤ ਮਿਸ਼ਰ ਨੇ ਆਪਣੇ ਪ੍ਰਬੋਧ ਚੰਦਰੋਦਇਆ ਨਾਟਕ ਦੇ ਦੂਜੇ ਭਾਗ ਵਿੱਚ ਚਾਰਵਾਕ ਦੇ ਸਿਧਾਂਤਾਂ ਦਾ ਵਰਣਨ ਇਸ ਪ੍ਰਕਾਰ ਕੀਤਾ। ਲੋਕਾਇਤ ਹੀ ਇੱਕਮਾਤਰ ਸ਼ਾਸਤਰ ਹੈ। ਪ੍ਰਿਥਵੀ, ਜਲ, ਅਗਨੀ, ਵਾਯੂ ਇਹ ਚਾਰ ਮਹਾਭੂਤ ਹਨ। ਇੰਦਰੀ ਸੁਖ ਭੋਗ ਹੀ ਮਾਨਵ ਦੇ ਜੀਵਨ ਦਾ ਨਿਸ਼ਾਨਾ ਹੈ। ਪਰਲੋਕ ਨਹੀਂ ਹੈ, ਮੌਤ ਹੀ ਮੁਕਤੀ ਹੈ। ਅਖੌਤੀ ਆਤਮਾ ਜੜਤਵ ਦਾ ਹੀ ਵਿਕਾਰ ਹੈ। ਮਾਧਵਾਚਾਰੀਆ ਦੇ ਗ੍ਰੰਥ ਸਰਵ ਦਰਸ਼ਨ ਸੰਗ੍ਰਹਿ ਨਾਂ ਦੇ ਗ੍ਰੰਥ ਦੇ ਪਹਿਲੇ ਅਧਿਆਏ ਵਿੱਚ ਚਾਰਵਾਕ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਵੇਦਾਂ ਦੀ ਨਿੰਦਿਆ, ਕਰਮਕਾਂਡ ਦੀ ਨਿੰਦਿਆ, ਸ਼ਰਾਧ ਦੀ ਆਲੋਚਨਾ ਕੀਤੀ ਗਈ ਹੈ। ਬ੍ਰਹਿਸਪਤੀ ਦੇ ਕੁਝ ਸੂਤਰ ਨੇ ਉਹ ਇਸ ਪ੍ਰਕਾਰ ਨੇ। ਨੰਬਰ 1, ਪ੍ਰਿਥਵੀ, ਜਲ, ਅਗਨੀ, ਵਾਯੂ ਹੀ ਤੱਤ ਹੈ। ਨੰਬਰ 2, ਇਸ ਦੇ ਸੁਮੇਲ ਨਾਲ ਹੀ ਸਰੀਰ, ਇੰਦਰੀਆਂ ਅਤੇ ਵਿਸ਼ੇ ਬਣਦੇ ਹਨ। ਜਿਸ ਪ੍ਰਕਾਰ ਨਾਲ ਕਣਵਾਦ ਤੋਂ ਜਾਂ ਅੰਗੂਰ ਦੇ ਰਸ ਤੋਂ ਬਣਾਈ ਗਈ ਸ਼ਰਾਬ ਮੱਧ ਸ਼ਕਤੀ ਉਤਪੰਨ ਹੁੰਦੀ ਹੈ, ਉਸੇ ਤਰ੍ਹਾਂ ਜੜ ਤੱਤਾਂ ਤੋਂ ਉਹਨਾਂ ਦੇ ਸਮਾਨ ਅਨੁਪਾਤ ਦੇ ਮਿਸ਼ਰਣ ਲਈ ਚੇਤਨਾ ਉਤਪੰਨ ਹੁੰਦੀ ਹੈ। ਦੂਸਰੀ ਗੱਲ ਕਹਿੰਦੇ ਨੇ, ਕਾਮ ਹੀ ਇੱਕਮਾਤਰ ਪੁਰਸ਼ਾਰਥ ਹੈ। ਪੁਰਸ਼ਾਰਥ ਦਾ ਅਰਥ ਹੈ ਧਰਮ, ਅਰਥ, ਕਾਮ, ਮੋਕਸ਼। ਇਹ ਚਾਰ ਪੁਰਸ਼ਾਰਥ ਭਾਰਤੀ ਦਰਸ਼ਨ 'ਚ ਮੰਨੇ ਗਏ ਹਨ। ਅਗਲਾ ਪੁਆਇੰਟ ਕਹਿੰਦੇ ਨੇ ਇਹ ਮਰਨਾ ਹੀ ਮੁਕਤੀ ਹੈ। ਸਭ ਤੋਂ ਵੱਡੀ ਗੱਲ, ਚਾਰਵਾਕ ਦਰਸ਼ਨ ਪ੍ਰਤੱਖ ਨੂੰ ਹੀ ਪ੍ਰਮਾਣ ਮੰਨਦਾ ਹੈ।
ਪ੍ਰਤੱਖਵਾਦ ਇਸ ਦਾ ਸਿਧਾਂਤ ਹੈ। ਚਾਰਵਾਕ ਸ਼ਬਦ ਨੂੰ ਪ੍ਰਮਾਣ ਨਹੀਂ ਮੰਨਦਾ। ਇਸ ਦੇ ਅਨੁਸਾਰ ਸ਼ਬਦ ਸਦਾ ਹੀ ਸੰਦੇਹਪੂਰਨ ਹੁੰਦਾ ਹੈ। ਇਸ ਦੇ ਦੋ ਆਧਾਰ ਹਨ। ਨੰਬਰ 1, ਸ਼ਬਦ ਇੱਕ ਵਿਅਕਤੀ ਨੇ ਦੂਜੇ ਤੋਂ ਲਿਆ ਤੇ ਦੂਜੇ ਨੇ ਤੀਜੇ ਤੋਂ ਲਿਆ, ਇਸ ਲਈ ਇਹ ਲਗਾਤਾਰ ਪਿੱਛੇ ਵੱਲ ਵੱਧਦਾ ਚਲਾ ਜਾਂਦਾ ਹੈ। ਇਹ ਪ੍ਰਮਾਣਿਕ ਨਹੀਂ ਹੋ ਸਕਦਾ। ਦੂਜਾ, ਜੇਕਰ ਸ਼ਬਦ ਪ੍ਰਤੱਖ ਹੈ ਤਾਂ ਗਿਆਨ ਯਥਾਰਥ ਦਾ ਵਰਣਨ ਕਿਵੇਂ ਹੋ ਸਕਦਾ ਹੈ? ਇੱਕ ਆਦਮੀ ਸਿਰਫ ਆਪਣੇ ਹੀ ਪ੍ਰਤੱਖ ਨੂੰ ਜਾਣ ਸਕਦਾ ਹੈ। ਉਹ ਕਿਵੇਂ ਜਾਣ ਸਕਦਾ ਹੈ ਕਿ ਦੂਜੇ ਪ੍ਰਤੱਖ ਨੂੰ ਦੂਸਰੇ ਨੇ ਕਿਵੇਂ ਅਪਣਾਇਆ ਹੈ? ਇਸ ਲਈ ਚਾਰਵਾਕ ਵੇਦ ਜਾਂ ਸ਼ਰੂਤੀ ਨੂੰ ਪ੍ਰਮਾਣ ਨਹੀਂ ਮੰਨਦੇ। ਚਾਰਵਾਕ ਮੰਨਦੇ ਹਨ ਕਿ ਜੋ ਪ੍ਰਤੱਖ ਵੇਦਾਂ ਤੋਂ ਪ੍ਰਾਪਤ ਹੁੰਦਾ ਹੈ ਉਹ ਪ੍ਰਤੱਖ ਆਪਣੇ ਅਨੁਭਵ 'ਤੇ ਵੀ ਉਪਲਬਧ ਹੁੰਦਾ ਹੈ। ਇਸ ਲਈ ਵੇਦ ਦੀ ਜ਼ਰੂਰਤ ਨਹੀਂ, ਇਹ ਚਾਰਵਾਕ ਦਰਸ਼ਨ ਕਹਿ ਰਿਹਾ ਹੈ। ਚਾਰਵਾਕ ਪ੍ਰਤੱਖ ਨੂੰ ਹੀ ਪ੍ਰਮਾਣ ਮੰਨਦਾ ਹੈ। ਚਾਰਵਾਕ ਪ੍ਰਤੱਖ ਅਨੁਭਵ ਦੀਆਂ ਦੋ ਕਿਸਮਾਂ ਮੰਨਦਾ ਹੈ। ਇੱਕ ਤਾਂ ਉਹ ਕਹਿੰਦਾ ਹੈ ਬਾਹਰੀ ਪ੍ਰਤੱਖ, ਦੂਸਰਾ ਅੰਦਰੂਨੀ ਪ੍ਰਤੱਖ। ਬਾਹਰੀ ਪ੍ਰਤੱਖ ਅਨੁਭਵ ਗਿਆਨ ਇੰਦਰੀਆਂ ਨਾਲ ਜੁੜਿਆ ਹੁੰਦਾ ਹੈ। ਅੰਦਰੂਨੀ ਅਨੁਭਵ ਮਾਨਸਿਕ ਅਵਸਥਾ ਨਾਲ ਜੁੜਿਆ ਹੁੰਦਾ ਹੈ। ਚਾਰਵਾਕ ਦਾ ਮਤ ਹੈ ਕਿ ਗਿਆਨ ਇੰਦਰੀਆਂ ਹੀ ਮਨ ਨੂੰ ਸੰਚਾਲਿਤ ਕਰਦੀਆਂ ਹਨ। ਸੁਪਨੇ ਅੰਦਰ ਜਿਹੜੀਆਂ ਵਸਤੂਆਂ ਮਨੁੱਖ ਦੇਖਦਾ ਹੈ ਉਹ ਉਹੀ ਵਸਤੂਆਂ ਹੁੰਦੀਆਂ ਹਨ ਜੋ ਕਦੇ ਗਿਆਨ ਇੰਦਰੀਆਂ ਦੇ ਸੰਪਰਕ ਵਿੱਚ ਆਈਆਂ ਸਨ। ਚਾਰਵਾਕ ਸ਼ਬਦ, ਅਨੁਮਾਨ, ਅਨੁਰੂਪਤਾ ਅਤੇ ਤੁਲਨਾ ਨੂੰ ਪ੍ਰਮਾਣ ਨਹੀਂ ਮੰਨਦਾ। ਉਹ ਕੇਵਲ ਪ੍ਰਤੱਖ ਨੂੰ ਹੀ ਪ੍ਰਮਾਣ ਮੰਨਦਾ ਹੈ। ਕੇਵਲ ਪ੍ਰਤੱਖ ਇੰਦਰੀ ਹੀ ਗਿਆਨ ਦਾ ਪ੍ਰਮਾਣ ਹੈ। ਚਾਰਵਾਕ ਤੱਤ ਵਿਗਿਆਨ ਨੂੰ ਦੋ ਭਾਗਾਂ 'ਚ ਤਕਸੀਮ ਕਰਦਾ ਹੈ। ਇੱਕ ਵਿਧਾਨਾਤਮਕ, ਦੂਜਾ ਨਿਖੇਧਾਤਮਕ। ਵਿਧਾਨਾਤਮਕ ਤੋਂ ਭਾਵ ਹੈ ਜਗਤ ਦਾ ਨਿਰਮਾਣ ਕਿਹਨਾਂ ਕਾਰਜਾਂ ਤੋਂ ਹੋਇਆ ਮੰਨਿਆ ਜਾਂਦਾ ਹੈ। ਚਾਰਵਾਕ ਕੇਵਲ ਚਾਰ ਪਦਾਰਥਾਂ ਤੋਂ ਹੀ ਜਗਤ ਦੀ ਉਤਪਤੀ ਸੰਭਵ ਮੰਨਦਾ। ਨੰਬਰ 1 ਧਰਤੀ, ਨੰਬਰ 2 ਅਗਨੀ, ਨੰਬਰ 3 ਪਾਣੀ, ਨੰਬਰ 4 ਹਵਾ। ਇਹ ਪੰਜਵਾਂ ਤੱਤ ਆਕਾਸ਼ ਨੂੰ ਨਹੀਂ ਮੰਨਦੇ। ਚਾਰਵਾਕ ਆਤਮਾ ਨੂੰ ਨਹੀਂ ਮੰਨਦਾ। ਚਾਰਵਾਕ ਦਰਸ਼ਨ ਦਾ ਵਿਚਾਰ ਹੈ ਕਿ ਸਰੀਰ ਦੇ ਖਤਮ ਹੋਣ ਦੇ ਨਾਲ ਹੀ ਆਤਮਾ ਅਤੇ ਚੇਤਨਾ ਖਤਮ ਹੋ ਜਾਂਦੀ ਹੈ। ਚਾਰਵਾਕ ਮਨ ਜਾਂ ਚੇਤਨਾ ਦੀ ਹੋਂਦ ਸਵੀਕਾਰ ਕਰਦੇ ਹਨ। ਉਹ ਚੇਤਨਾ ਜਾਂ ਮਨ ਦੀ ਪੈਦਾਇਸ਼ ਕੇਵਲ ਭੌਤਿਕ ਤੱਤਾਂ ਦੇ ਸੁਮੇਲ ਤੋਂ ਹੋਈ ਸਵੀਕਾਰ ਕਰਦੇ ਹਨ। ਨਿਖੇਧਾਤਮਕ ਤੋਂ ਭਾਵ ਹੈ ਚਾਰਵਾਕ ਦਰਸ਼ਨ ਸਵਰਗ ਨਰਕ ਦੀ ਨਿਖੇਧੀ ਕਰਦਾ। ਉਹ ਆਤਮਾ ਅਤੇ ਪਰਮਾਤਮਾ ਦੀ ਦੈਵੀ ਸੱਤਾ ਤੋਂ ਵੀ ਇਨਕਾਰੀ ਆ। ਉਹ ਜਗਤ ਦੀ ਰਚਨਾ ਨੂੰ ਇੱਕ ਸੰਯੋਗ ਮਾਤਰ ਹੀ ਸਮਝਦਾ। ਸ਼ਾਂਤੀਨਾਥ ਗੁਪਤਾ ਡੇਲ ਰਾਈਪੀ ਦੇ ਹਵਾਲੇ ਨਾਲ ਲਿਖਦਾ, ਜੇਕਰ ਆਤਮਾ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜਾਂਦੀ ਹੈ ਤਾਂ ਪਿਛਲੇ ਜਨਮ ਦੀ ਸਿਮਰਤੀ ਜਾਂ ਯਾਦ ਕਿਉਂ ਨਹੀਂ ਜਾਂਦੀ? ਨੰਬਰ 2, ਅਗਲੇ ਜਨਮ ਵਿੱਚ ਆਤਮਾ ਦੁਬਾਰਾ ਦਰਸ਼ਨ ਕਿਉਂ ਨਹੀਂ ਦਿੰਦੀ? ਨੰਬਰ 3, ਜਿਹੜੇ ਆਤਮਾ ਨੂੰ ਅਮਰ ਮੰਨਦੇ ਹਨ ਉਹ ਆਪਣੇ ਵਿਸ਼ਵਾਸ ਦੇ ਅਨੁਕੂਲ ਵਿਵਹਾਰ ਕਿਉਂ ਨਹੀਂ ਕਰਦੇ? ਨੰਬਰ 4, ਇੱਕ ਸਰੀਰ ਦੂਜੇ ਸਰੀਰ ਦੀ ਮਾਨਸਿਕ ਕਾਰਵਾਈ ਪੈਦਾ ਨਹੀਂ ਕਰਦਾ। ਨੰਬਰ 5, ਗਰਭ ਦੀ ਪਹਿਲੀ ਅਵਸਥਾ ਵਿੱਚ ਚੇਤਨਾ ਨਹੀਂ ਹੁੰਦੀ, ਉਹ ਕੇਵਲ ਭੌਤਿਕ ਤੱਤਾਂ ਤੋਂ ਨਿਰਮਿਤ ਹੁੰਦੀ ਹੈ। ਚਾਰਵਾਕ ਦਰਸ਼ਨ ਪਦਾਰਥਵਾਦੀ ਦਰਸ਼ਨ ਆ। ਇਹ ਵੇਦਾਂ, ਉਪਨਿਸ਼ਦਾਂ, ਸਿਮਰਤੀਆਂ ਦੀ ਤਰਕ ਦੇ ਆਧਾਰ 'ਤੇ ਆਲੋਚਨਾ ਕਰਦਾ ਹੈ। ਚਾਰਵਾਕ ਅਵੈਦਿਕ ਪ੍ਰਣਾਲੀ ਹੈ। ਇਹ ਕੇਵਲ ਇੰਦਰੀ ਅਨੁਭਵ ਨੂੰ ਹੀ ਪ੍ਰਮਾਣ ਮੰਨਦਾ ਹੈ। ਇਹ ਸਵਰਗ ਨਰਕ ਦੀ ਆਲੋਚਨਾ ਕਰਦਾ ਹੋਇਆ ਪੁਜਾਰੀਵਾਦ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ। ਮੰਤਰਾਂ ਦਾ ਉਚਾਰਨ ਅਤੇ ਵੇਦਾਂ ਦੇ ਪਾਠ ਨੂੰ ਉਹ ਪੁਜਾਰੀਵਾਦ ਦੇ ਖਾਣ ਦਾ ਢੰਗ ਕਹਿੰਦਾ ਹੈ। ਉਹ ਮੰਨਦਾ ਹੈ ਇੰਦਰੀ ਸੁੱਖ ਹੀ ਉੱਤਮ ਹੈ।
ਉਹ ਮੰਨਦਾ ਹੈ ਪਰਮਾਤਮਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਨਰਕ, ਸਵਰਗ, ਪ੍ਰਲੋਕ, ਆਤਮਾ ਸਭ ਫਜ਼ੂਲ ਦੀਆਂ ਗੱਲਾਂ ਹਨ। ਚਾਰਵਾਕ ਦਰਸ਼ਨ ਦੇ ਵਿਚਾਰ ਇਸ ਤੋਂ ਪਿੱਛੋਂ ਆਉਣ ਵਾਲੇ ਜੈਨ ਅਤੇ ਬੁੱਧ ਧਰਮ ਦੇ ਪ੍ਰਚਾਰਕਾਂ ਲਈ ਪਦਾਰਥਵਾਦੀ ਰਾਹ ਤਿਆਰ ਕਰਦੇ ਹਨ। ਇਹ ਦਰਸ਼ਨ ਚੇਤਨਾ ਨੂੰ ਪਦਾਰਥ ਦਾ ਇੱਕ ਗੁਣ ਸਵੀਕਾਰ ਕਰਦਾ ਹੈ। ਵੇਦਾਂ ਦੀ ਪ੍ਰਭੂ ਸੱਤਾ ਤੋਂ ਇਨਕਾਰੀ ਹੈ। ਇਹ ਦਰਸ਼ਨ ਮਨੁੱਖ ਦੇ ਸੁਖੀ ਜੀਵਨ ਬਤੀਤ ਕਰਨ ਦਾ ਹਾਮੀ ਹੈ। ਅੱਜ ਅਸੀਂ ਇਸ ਦਰਸ਼ਨ ਬਾਰੇ ਪੜ੍ਹਿਆ ਹੈ। ਕੱਲ੍ਹ ਅਸੀਂ ਹੋਰ ਟੌਪਿਕ ਬਾਰੇ ਚਰਚਾ ਕਰਾਂਗੇ। ਸਭਨਾਂ ਦਾ ਧੰਨਵਾਦ।